ਅਸੀਂ ਪ੍ਰਭੂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਅਜੀਜ਼ੋ, ਅੱਜ 24 ਮਈ 2020 ਦੇ ਲਈ ਤੇ ਅਸੀਂ ਬੜੇ ਧੰਨਵਾਦੀ ਹਾਂ ਕਿ ਖੁਦਾ ਨੇ ਸਾਨੂੰ ਅੱਜ ਤੱਕ ਜਿਉਂਦੇ ਰੱਖਿਆ ਹੈ। ਔਰ ਤੁਹਾਡੇ ਲਈ ਪ੍ਰਾਰਥਨਾ ਹੈ, ਜਿੰਨੇ ਵੀ ਤੁਸੀਂ ਇਸ ਲਾਈਵ ਨੂੰ ਸੁਣ ਲਈ ਜਾ ਰਹੇ ਹੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ। ਤੋ ਅਸੀਂ ਫਿਰ ਅੱਜ ਦੇ ਲਾਈਵ ਨੂੰ ਸ਼ੁਰੂ ਕਰਨ ਵਾਲੇ ਹਾਂ। ਕੱਲ ਅਸੀਂ ਲਹੂ ਦੇ ਦੁਆਰਾ ਛੁਟਕਾਰਾ ਸੁਣਿਆ ਸੀ, ਔਰ ਅੱਜ ਅਸੀਂ ਸਮਰਥ ਦੇ ਦੁਆਰਾ, ਸ਼ਕਤੀ ਦੇ ਦੁਆਰਾ ਇੱਕ ਛੁਟਕਾਰਾ ਹੈ ਕਿ ਪ੍ਰਭੂ ਦੇ ਲਈ ਢੇਰ ਸਾਰੀ ਬਰਕਤ ਦੇਵੇ। ਆਓ ਅਸੀਂ ਲਿਖਤਾਂ ਨੂੰ ਤੁਹਾਡੇ ਸਾਹਮਣੇ ਮੈਂ ਪੜ੍ਹਨਾ ਚਾਹੁੰਦਾ ਹਾਂ। ਔਰ ਇਹ ਰਸੂਲਾਂ ਦੇ ਕਰਤੱਵ, ਉਸ ਦਾ ਪਹਿਲਾ ਅਧਿਆਇ ਔਰ ਉਸ ਦੀ 8ਵੀਂ ਆਇਤ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਲਿਖਿਆ ਹੈ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਸਾਰੇ ਯਹੂਦੀਆ, ਸਾਮਰੀਆ ਵਿੱਚ, ਸਗੋਂ ਧਰਤੀ ਦੇ ਬੰਨਿਆਂ ਤੱਕ ਮੇਰੇ ਗਵਾਹ ਹੋਵੋਗੇ। ਤੋ ਸਾਡਾ ਮਹਾਨ ਪ੍ਰਭੂ ਆਪਣੇ ਲੋਕਾਂ ਨੂੰ ਉਹਨਾਂ ਚਿਰ ਪ੍ਰਚਾਰ ਕਰਨ ਵਾਸਤੇ ਬਾਹਰ ਨਹੀਂ ਜਾਣ ਦਿੰਦਾ, ਜਿੰਨਾ ਚਿਰ ਉਹ ਸਮਰਥ ਦੇ ਦੁਆਰਾ ਛੁਟਕਾਰਾ ਨਹੀਂ ਪਾ ਜਾਂਦੇ, ਜਾਣੀ ਕਿ ਉਹਦੀ ਸ਼ਕਤੀ ਦੇ ਦੁਆਰਾ। ਕੱਲ ਅਸੀਂ ਲਹੂ ਦੇ ਦੁਆਰਾ ਛੁਟਕਾਰਾ ਦੱਸ ਰਹੇ ਸੀ, ਔਰ ਅੱਜ ਜੋ ਤੁਹਾਡੇ ਸਾਹਮਣੇ ਮੈਂ ਸਮਰਥ ਦੇ ਦੁਆਰਾ ਛੁਟਕਾਰਾ ਤੁਹਾਡੇ ਸਾਹਮਣੇ ਬਿਆਨ ਕਰਨਾ ਚਾਹੁੰਦਾ ਹਾਂ ਕਿ ਪ੍ਰਭੂ ਬਹੁਤ ਵੱਡੀ ਬਰਕਤ ਹੈ। ਸ਼ਕਤੀ ਕੀ ਹੁੰਦੀ ਹੈ? ਪਹਿਲੀ ਗੱਲ, ਸ਼ਕਤੀ ਕੀ ਹੁੰਦੀ ਹੈ? ਔਰ ਇਹਦੇ ਲਈ ਦੱਸਣਾ ਚਾਹੁੰਦਾ ਕਿ ਤੁਸੀਂ ਸਾਈਕਲ ਮੁੱਲ ਲੈ ਕੇ ਆਓ, ਉਹਨੂੰ ਆਪਣੇ ਘਰ ਲੈ ਆਓ। ਜੇ ਤੁਸੀਂ ਆਖੋ ਕਿ ਸਾਈਕਲ ਆਪੇ ਚੱਲੇਗਾ ਤੇ ਇਹ ਕਦੇ ਹੋ ਨਹੀਂ ਸਕਦਾ। ਸਾਈਕਲ ਨੂੰ ਚਲਾਉਣ ਦੇ ਲਈ ਇੱਕ ਆਦਮੀ ਚਾਹੀਦਾ, ਉਹਦੇ ਅੰਦਰ ਸਾਈਕਲ ਚਲਾਉਣ ਵਾਲੀ ਸ਼ਕਤੀ ਚਾਹੀਦੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਰਸੂਲਾਂ ਨੂੰ, ਆਪਣੇ ਰਸੂਲਾਂ ਨੂੰ ਚੁਣਿਆ, ਔਰ ਉਹਨਾਂ ਦੇ ਲਈ, ਔਰ ਤੁਹਾਡੇ ਸਭਨਾ ਔਰ ਮੇਰੇ ਸਭਨਾ ਵਾਸਤੇ ਉਸਨੇ ਲਹੂ ਬਹਾਇਆ। ਇਹ ਲਹੂ ਦੇ ਦੁਆਰਾ ਛੁਟਕਾਰਾ ਸੀ, ਪਰ ਉਹਨਾਂ ਨੂੰ ਇੱਕ ਤਾਕੀਦ ਕੀਤੀ ਗਈ। ਉਹ ਯਿਸੂ ਮਸੀਹ ਨੇ ਮੁਰਦਿਆਂ ਚੋਂ ਜੀ ਉੱਠ ਕੇ 40ਵੇਂ ਦਿਨ ਜਦੋਂ ਆਸਮਾਨ ਵੱਲ ਨੂੰ ਜਾਣ ਵਾਲਾ ਸੀ, ਤੇ ਉਹਨੇ ਉਹਨਾਂ ਨੂੰ ਇੱਕ ਲਾਸਟ ਆਇਤ ਦੱਸੀ ਹੈ। ਔਰ ਉਹ ਆਇਤ ਕਹਿੰਦੀ ਹੈ, ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਫਿਰ ਤੁਸੀਂ ਸ਼ਕਤੀ ਪਾਓਗੇ, ਫਿਰ ਤੁਸੀਂ ਯਰੂਸ਼ਲਮ, ਯਹੂਦੀਆ, ਸਾਮਰੀਆ, ਸਗੋਂ ਧਰਤੀ ਦੇ ਬੰਨਿਆਂ ਤੱਕ ਮੇਰੇ ਗਵਾਹ ਹੋਵੋ। ਇਹ ਐਸੀ ਸ਼ਕਤੀ ਰਸੂਲਾਂ ਦੇ ਅੰਦਰ ਭਰ ਜਾਣੀ ਸੀ, ਜਿਹਦੇ ਨਾਲ ਉਹਨਾਂ ਦੇ ਜੀਵਨ ਵਿੱਚ ਇੰਨਾ ਵੀ ਡਰ ਨਹੀਂ ਸੀ ਰਹਿ ਜਾਣਾ ਮੌਤ ਦਾ। ਉਹਨਾਂ ਸਾਰੀ ਦੁਨੀਆ ਵਿੱਚ ਯਿਸੂ ਦੀ ਗਵਾਹੀ ਲੈ ਕੇ ਜਾਣਾ ਸੀ। ਇਸ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ, ਜਿੰਨਾ ਚਿਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਉਹਨਾਂ ਚਿਰ ਤੁਸੀਂ ਯਰੂਸ਼ਲਮ ਤੋਂ ਬਾਹਰ ਨਹੀਂ ਜਾਣਾ। ਤੋ ਅਜੀਜ਼ੋ, ਮੈਂ ਤੁਹਾਡੇ ਸਾਹਮਣੇ ਰਸੂਲਾਂ ਦੇ ਕਰਤੱਵ ਉਸ ਦਾ ਦੂਸਰਾ ਅਧਿਆਇ ਔਰ ਉਹਦੀਆਂ ਪਹਿਲੀਆਂ ਆਇਤਾਂ ਰੱਖਣ ਲਈ ਜਾ ਰਿਹਾ ਹਾਂ, ਜਦੋਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਸ਼ਕਤੀ ਆ ਰਹੀ ਸੀ।
ਜਦੋਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਸ਼ਕਤੀ ਆ ਰਹੀ ਸੀ, ਮੈਂ ਉਸ ਆਇਤ ਨੂੰ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ ਹਾਂ। ਔਰ ਇੱਥੇ ਲਿਖਿਆ ਕਿ ਜਾਂ ਪੈਂਤੇਕੁਸਤ ਦਾ ਦਿਨ ਆਇਆ, ਉਹ ਸਭ ਇੱਕ ਜਗ੍ਹਾ ਤੇ ਇਕੱਠੇ ਸਨ, ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ, ਔਰ ਉਹਨਾਂ ਨੂੰ ਅੱਗ ਦੀਆਂ ਫਟਦੀਆਂ ਹੋਈਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ, ਅਤੇ ਉਹ ਉਹਨਾਂ ਵਿੱਚੋਂ ਹਰੇਕ ਦੇ ਉੱਤੇ ਆ ਕੇ ਠਹਿਰੀਆਂ। ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ। ਤੋ ਪਵਿੱਤਰ ਆਤਮਾ ਦੀ ਇਹ ਸਮਰਥ ਹੈ, ਜਿਹਨੂੰ ਯਿਸੂ ਮਸੀਹ ਨੇ ਕਿਹਾ ਸਮਰਥ ਦੇ ਦੁਆਰਾ ਛੁਟਕਾਰਾ। ਜਦ ਤੱਕ ਅਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਨਹੀਂ ਭਰਦੇ, ਤਦ ਤੱਕ ਸਾਡੇ ਅੰਦਰ ਦੁਆ ਕਰਨ ਵਾਲੀ ਜ਼ਰੂਰਤ ਨਹੀਂ ਹੁੰਦੀ। ਔਰ ਤੁਸੀਂ ਉਸ ਮਨੁੱਖ ਨੂੰ ਜਿਹਨੇ ਕਦੇ ਦੁਆ ਨਹੀਂ ਕੀਤੀ, ਆਮ ਆਦਮੀ ਨੂੰ ਆਖੋ ਦੁਆ ਕਰ ਦਿਓ, ਤੇ ਉਹਨੇ ਕਹਿਣਾ ਮੈਨੂੰ ਆਉਂਦੀ ਨਹੀਂ। ਤੋ ਹੁਣ ਅਸੀਂ ਵੇਖਦੇ ਹਾਂ ਕਿ ਇਹ ਉਹਨਾਂ ਦੇ ਉੱਪਰ ਸ਼ਕਤੀ ਆਈ ਹੈ। ਇਹ ਕੀ ਹੈ? ਇਹ ਪੁਰਾਣੇ ਨੇਮ ਦੇ ਅੰਦਰ ਸਾਡਾ ਮਸੀਹਾ ਅੱਗ ਦਾ ਖੰਭਾ ਬਣ ਕੇ ਇਸਰਾਏਲ ਦੇ ਅੱਗੇ ਅੱਗੇ ਚੱਲਦਾ ਸੀ, ਔਰ ਸਵੇਰ ਜਦੋਂ ਧੁੱਪ ਚੜ੍ਹਦੀ ਸੀ ਤੇ ਉਹ ਬੱਦਲ ਦਾ ਛਾਇਆ ਬਣ ਜਾਂਦਾ ਸੀ। ਜਦੋਂ ਨਵੇਂ ਨੇਮ ਦੇ ਅੰਦਰ ਆਇਆ ਤੇ ਇੱਕ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ, ਔਰ ਉਸ ਆਵਾਜ਼ ਨਾਲ ਜਿੱਥੇ ਉਹ ਬੈਠੇ ਹੋਏ ਸਨ ਸ਼ਾਗਿਰਦ ਔਰ 120 ਦੀ ਜਮਾਤ, ਉਹ ਸਾਰੇ ਉਸ ਅਚਾਨਕ ਉਹ ਮਤਲਬ ਕੀ ਹੋ ਗਿਆ ਹੈ, ਤੇ ਲਿਖਿਆ ਅੱਗ ਦੀਆਂ ਫਟਦੀਆਂ ਹੋਈਆਂ ਜੀਭਾਂ, ਜਾਣੇ ਕਿ ਉਹ ਪਿਲਰ ਆਫ ਫਾਇਰ ਜਿਹੜਾ ਸੀ ਪਵਿੱਤਰ ਆਤਮਾ, ਉਹ ਅੱਗ ਦੀਆਂ ਫਟਦੀਆਂ ਹੋਈਆਂ ਜੀਭਾਂ ਦੇ ਦੁਆਰਾ ਹਰੇਕ ਦੇ ਸਿਰ ਦੇ ਉੱਤੇ ਆ ਕੇ ਉਹ ਅੱਗ ਠਹਿਰ ਗਈ। ਔਰ ਇਹ ਸੀ ਪਵਿੱਤਰ ਆਤਮਾ ਜਿਹਦੇ ਨਾਲ ਉਹ ਭਰ ਗਏ ਸਨ। ਔਰ ਫਿਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਬੋਲੀਆਂ ਬੋਲ ਰਹੇ ਸਨ, ਔਰ ਪਤਰਸ ਖਲੋ ਗਿਆ, ਔਰ ਉਹਨੇ ਰਸੂਲਾਂ ਦੇ ਕਰਤੱਵ 2 ਸ਼ਕਤੀ ਵਿੱਚ ਕਿਹਾ, ਉਪਰੰਤ ਇਸਰਾਏਲ ਦਾ ਘਰਾਣਾ ਪੱਖ ਜਾਣੇ ਭਾਈ ਇਸੇ ਯਿਸੂ ਨੂੰ ਜਿਹਨੂੰ ਤੁਸਾਂ ਸਲੀਬ ਉੱਤੇ ਚਾੜਿਆ, ਪਰਮੇਸ਼ਰ ਨੇ ਉਹਨੂੰ ਪ੍ਰਭੂ ਵੀ ਅਤੇ ਮਸੀਹ ਵੀ ਕੀਤਾ। ਜਦ ਇਹ ਗੱਲਾਂ ਪਤਰਸ ਬੋਲ ਰਿਹਾ ਸੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ, ਤੇ ਉਹ ਜਿਹੜੇ ਹਜ਼ਾਰਾਂ ਲੋਕ ਉੱਥੇ ਸੁਣ ਰਹੇ ਸਨ, ਲਿਖਿਆ ਜਾਂ ਉਹਨਾਂ ਨੇ ਸੁਣਿਆ ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਦ ਗਏ, ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ, ਹੇ ਭਾਈਓ ਅਸੀਂ ਕੀ ਕਰੀਏ। ਤਾਂ ਫਿਰ ਪਤਰਸ ਨੇ ਉਹਨਾਂ ਨੂੰ ਕਿਹਾ, ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੌਬਾ ਕਰੋ ਅਤੇ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਕੀ ਲਓ, ਬਪਤਿਸਮਾ ਲਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਉਹ ਅਸੀਂ ਦੇਖਦੇ ਹਾਂ ਕਿ ਇਹ ਸਮਰਥ ਦੇ ਦੁਆਰਾ ਛੁਟਕਾਰਾ, ਸਮਰਥ ਦੇ ਦੁਆਰਾ ਛੁਟਕਾਰਾ।
क्योंकि जानवर दे लहू ते जानवर दा आत्मा नहीं आउंदा, क्योंकि जानवर दे अंदर सिर्फ जान जिस्मी है, आत्मा नहीं है। हुण इत्थे प्रभु यीशु मसीह दा आत्मा आया है, क्योंकि इन्हां लई लहू बहाया गया है। और जदों खुदा दा आत्मा उन्हां दे उत्ते आया है और पतरस ने क्या है, तद पतरस ने क्या तौबा करो अते आपो अपने पापां दी माफी दे लई यीशु मसीह दे नाम विच बपतिस्मा लओ, तां तुसीं पवित्र आत्मा दा दान पाओगे। मेरा जीजो, जां उन्होंने ये सुनिया, जदों उन्होंने सुनिया और वो सारे उन्होंने इन्नी ताकत मिली, इन्नी समर्था मिल गई भाई वो किन्ने क जाने बपतिस्मा लैण नूं तैयार हो गए। 3000 लोग जिहड़े सी वो बपतिस्मा लैण नूं पतरस दे प्रचार, छोटे जे प्रचार दे नाल 3000 लोग बपतिस्मा लैण नूं तैयार हो गए। और लिखा है तद पतरस ने क्या तौबा करो अते आपो अपने पापां दी माफी दे लई यीशु मसीह दे नाम विच की लो बपतिस्मा लो, तां पवित्र आत्मा दा दान पाओगे। मेरे जीजो, असीं बड़ियां वड्डियां कन्वेंशन करते हैं, पर कदे 3000 आदमी ने बपतिस्मा नहीं लिया। मैं तुहानू कह दिंदा 100 बंदा भी बपतिस्मा नहीं लेंदा, क्योंकि वो समर्थ जिहड़ी आई सी पहले दिन वो बड़ी भारी समर्थ सी और उपरों उन्होंने की पा ली सी, शक्ति पा ली सी। हुण असीं देखते हैं कि इस समर्थ तो बिना जिहदा प्रचार यीशु मसीह ने किया कि जिन्ना चिर तुसीं उपरों शक्ति ना पाओ उन्ना चिर तुसीं यरूशलेम तो बाहर जा नहीं जाना, उन्ना चिर यरूशलेम तो बाहर नहीं जाना। क्यों? इस करके क्या, क्योंकि तुहाडे अंदर समर्थ होवेगी, तुहाडे अंदर प्रभु यीशु मसीह दे वचन की ताकत होवेगी, तुहाडे अंदर पवित्र आत्मा जिहड़ा है वो तुहानू लैके चलेगा। फिर प्रभु यीशु मसीह दे शागिर्द ना तलवार तो डरनगे, ना अग तो डरनगे, ना किसी भैजल तो डरनगे, ना वो मौत तो डरनगे। ऐसी समर्था उन्हां दे अंदर आउण वाली सी ते वो ईदे 35 दे दिन आ गई सी। हालेलुया। तो अज असीं देखते हैं पवित्र आत्मा दे द्वारा छुटकारा। हुण इत्थे रसूलां दे करतब 3रा अध्याय है और उस नूं मैं तुहाडे सामने पढ़ना चाहुंदा। पतरस अते यूहन्ना प्रार्थना करन दे वेले 30 पहर हैकल नूं चले जांदे सन अते उन्हां ने एक जमांदरू लंगे नूं चुक्की लई जांदे सन, जिन्नों ਉਹ रोज हैकल दे फाटक कोल जिहड़ा सोहना सदीदा है बिठाल देंदे सन। भाई वो हैकल विच आउण जाण वालियां कोलों भिक्षा मंगी। हुण असीं देखते हाँ लोग कोई उन्होंने रुपया दे के जाता सी, कोई 50 पैसे दे के जाता सी। और हुण जदों ये 2 जने जा रहे ने, इन्हां दे कोल पैसे है नहीं गे, इन्हां कोल पैसे है नहीं गे। इन्हां नूं सुनो, बड़े ध्यान नाल इन्हां नूं सुनो की कह रहे ने।
ਲਿਖਿਆ ਜਾਂ ਉਹਨੇ ਪਤਰਸ ਅਤੇ ਯਹੋਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਪਿੱਛਾ ਮੰਗੀ। ਤਦੋਂ ਪਤਰਸ ਤੇ ਯਹੋਨਾ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ, ਭਾਈ ਸਾਡੇ ਵੱਲ ਵੇਖ। ਔਰ ਉਹਨੇ ਉਹਨਾਂ ਕੋਲੋਂ ਕੁਝ ਲੈਣ ਲਈ ਮਤਲਬ ਲੱਭਣ ਲਈ ਆਸ਼ਾ ਨਾਲ ਉਹਨਾਂ ਵੱਲ ਵੇਖਿਆ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਸਾਡੇ ਕੋਲ ਨਹੀਂ, ਸੋਨਾ ਚਾਂਦੀ ਤਾਂ ਸਾਡੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਨਾਸਰੀ ਦੇ ਨਾਮ ਨਾਲ ਉੱਠ ਕੇ ਤੁਰ ਫਿਰ। ਉਹ ਜਮਾਂਦਰੂ ਲੰਗੜਾ ਜਿਹੜਾ ਹੈ ਉਹ ਉਛਲਿਆ, ਜਿਹਦੇ ਗਿੱਟੇ ਨਹੀਂ ਸੀ ਚੱਲ ਸਕਦੇ, ਗੋਡੇ ਨਹੀਂ ਸੀ ਚੱਲ ਸਕਦੇ, ਲੱਤਾਂ ਨਹੀਂ ਸੀ ਚੱਲ ਸਕਦੀਆਂ, ਉਹ ਉਛਲਿਆ ਔਰ ਖਲੋ ਗਿਆ ਔਰ ਫਿਰ ਉਹ ਛਾਲਾ ਮਾਰਨ ਲੱਗਾ। ਹੱਥ ਉਠਾਵਾਂਗੇ ਕੀ ਹੈ? ਇਹ ਸਮਰਥਾ। ਜਿੰਨਾ ਚਿਰ ਸਮਰਥਾ ਉਹਨਾਂ ਨੂੰ ਨਹੀਂ ਸੀ ਮਿਲਦੀ, ਉਹਨਾਂ ਚਿਰ ਯਿਸੂ ਮਸੀਹ ਕਹਿੰਦਾ ਸੀ ਬਾਹਰ ਨਾ ਜਾਓ, ਪਹਿਲਾਂ ਸਮਰਥਾ ਪਾਓ। ਮੇਰੇ ਅਜ਼ੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਔਰ ਅਸੀਂ ਬੜੇ ਹੈਰਾਨ ਹੁੰਦੇ ਹਾਂ ਤੇ ਪ੍ਰਭੂ ਦਾ ਬੜਾ ਧੰਨਵਾਦ ਕਰਦੇ ਹਾਂ। ਔਰ ਲਿਖਿਆ ਹੈ ਕਿ ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾ ਲਿਆ ਤੇ ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਤਗੜੇ ਹੋ ਗਏ ਅਤੇ ਉਹ ਕੁੱਦ ਕੇ ਉੱਠਿਆ ਤੇ ਖੜਾ ਹੋ ਗਿਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਸੀ। ਇੱਕ ਸਮਰਥ ਨੇ ਕੰਮ ਕੀਤਾ ਹੈ, ਜਿਹੜੀ ਪਤਰਸ ਅਤੇ ਯਹੋਨਾ ਕੋਲ ਬੜੀ ਭੀੜ ਲੱਗ ਗਈ ਹੈ। ਸਾਰੇ ਲੋਕ ਕਹਿ ਰਹੇ ਨੇ ਵੀ ਇਹ ਉਹੋ ਲੰਗੜਾ ਹੈ, ਦੂਜੇ ਕਹਿੰਦੇ ਨਹੀਂ ਉਹਦੇ ਵਰਗਾ ਹੈ, ਪਰ ਉਹ ਕਹਿੰਦਾ ਨਹੀਂ ਮੈਂ ਉਹੋ ਹੀ ਲੰਗੜਾ ਹਾਂ, ਪਰ ਮੈਂ ਯਿਸੂ ਦੀ ਕਿਰਪਾ ਨਾਲ ਚੰਗਾ ਹੋ ਗਿਆ ਹਾਂ। ਇਹ ਸਮਰਥ ਹੈ ਜਿਹਦੇ ਨਾਲ ਉਹ ਤਾਕਤਵਰ ਹੋ ਗਏ ਔਰ ਉਹ ਪ੍ਰਾਰਥਨਾ ਰਾਤ ਦਿਨ ਪ੍ਰਾਰਥਨਾ ਕਰਦੇ ਸਨ ਔਰ ਉਹ ਆਪਣੇ ਪ੍ਰਭੂ ਦਾ ਰਾਤ ਦਿਨ ਕੀ ਕਰਦੇ ਸੀ? ਧੰਨਵਾਦ ਕਰਦੇ ਸੀ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਪਵਿੱਤਰ ਆਤਮਾ ਦੀ ਸ਼ਕਤੀ ਮਿਲਦੀ ਹੈ ਤੇ ਲੋਕ ਸਮਰਥ ਪਾ ਜਾਂਦੇ। ਮੈਨੂੰ ਕੱਲ ਇੱਕ ਭਾਈ ਕੋਲੋਂ ਪਤਾ ਲੱਗਿਆ ਕਿ ਇੱਕ ਭਾਈ ਕੁੰਬਲੀ ਤੋਂ ਆਉਂਦੇ ਸੀ ਔਰ ਇੱਕ ਦਿਨ ਲਾਕਡਾਊਨ ਵਿੱਚ ਵੀ ਉਹ ਆਏ ਹੋਏ ਸਨ ਔਰ ਉਹ ਬਲੱਡ ਕੈਂਸਰ ਦੇ ਮਰੀਜ਼ ਸੀ ਔਰ ਉਹ ਚੰਗੇ ਹੋਏ। ਜਦੋਂ ਉਹ ਚੰਗੇ ਹੋਏ ਉਦੋਂ ਇੱਥੋਂ ਨਾ ਚਰਚ ਵਿੱਚ ਰੂਟ ਦੱਸਿਆ ਨਹੀਂ, ਉਹਨਾਂ ਨੇ ਗਵਾਹੀ ਨਹੀਂ ਦਿੱਤੀ। ਬਲੱਡ ਕੈਂਸਰ ਜੇ ਪ੍ਰਭੂ ਦੀ ਸ਼ਕਤੀ ਨਾ ਹੋਵੇ ਤੇ ਕੋਈ ਇਹੋ ਜਿਹੇ ਕੰਮ ਹੋ ਨਹੀਂ ਸਕਦਾ। ਇਸ ਕਰਕੇ ਮੇਰੇ ਅਜ਼ੀਜ਼ੋ, ਮੈਂ ਇੱਕ ਵਾਰੀ ਚੰਡੀਗੜ੍ਹ ਸੈਕਟਰ 19 ਵਿੱਚ ਬੈਠਾ ਹੋਇਆ ਸੀ ਇੱਕ ਗਰਾਊਂਡ ਦੇ ਵਿੱਚ। ਇੱਕ ਆਦਮੀ ਦੂਰੋਂ ਮੇਰੇ ਵੱਲ ਚੱਲ ਕੇ ਆਇਆ। ਇਹ 5 ਸਾਲ ਦੀ ਗੱਲ ਹੈ ਔਰ ਉਹਨੇ ਆ ਕੇ ਮੈਨੂੰ ਸਿੱਧਾ ਕਿਹਾ, ਤੁਸੀਂ ਮਸੀਹੀ ਹੋ? ਮੈਂ ਕਿਹਾ ਹਾਂਜੀ। ਕਹਿੰਦਾ ਜਦੋਂ ਮੈਂ ਪਿੱਛੇ ਆ ਰਿਹਾ ਸੀ ਤੇ ਉਦੋਂ ਮੈਨੂੰ ਆਤਮਾ ਨੇ ਕਿਹਾ ਕਿ ਉਸ ਬੰਦੇ ਵੱਲ ਜਾ ਔਰ ਉਹਨੂੰ ਜਾ ਕੇ ਆਪਣੀ ਗਵਾਹੀ ਦੇ। ਔਰ ਉਹਨੇ ਕਿਹਾ ਮੈਂ ਜਲੰਧਰ ਦੇ ਰਹਿਣ ਵਾਲਾ ਹਾਂ ਔਰ ਮੈਂ ਬਲੱਡ ਕੈਂਸਰ ਦਾ ਮਰੀਜ਼ ਸੀ ਔਰ ਮੇਰੇ ਕੋਲ ਚੱਲਿਆ ਨਹੀਂ ਸੀ ਜਾਂਦਾ, ਮੇਰੇ ਕੋਲ ਪੈਸੇ ਹੈ ਨਹੀਂ ਸਨ ਕਿ ਮੈਂ ਬਾਰ-ਬਾਰ ਆਪਣੇ ਸਰੀਰ ਦਾ ਲਹੂ ਬਦਲਾਂ
कहता कुछ भी मेरे को नहीं सी। और कहता मैं एक वादा किया अपने प्रभु दे नाल, प्रभु यीशु मसीह जे तू मैनू चंगा कर दवें ते मैं तुर तुर के तेरी गवाही जा करांगा। कहता उन्हें मैनू चंगा कर दिता। कहता हुण मैं बिना पैसों तो भी तुरया फिरदा। कहता 5-6 किलोमीटर मैं तुर के चला जाता और मैनू कोई मुश्किल नहीं है, क्योंकि यीशु ने मेरा खून बदल के रख दिया। और ब्लड प्रेशर मतलब ब्लड कैंसर वाला शरीर जे मतलब लहू जिहड़ा सी वो उसने बदल दिता। प्रभु साडे जीवन नूं अपनी शक्ति दे नाल बदल देण दी शक्ति रखदा है। पर जे कोई ओदे नाल चलेगा ते ओदा जीवन बदल जाएगा और वो पवित्र आत्मा की शक्ति नाल भर जाएगा। और टॉपिक है समर्थ दे द्वारा छुटकारा, यानी कि प्रभु की शक्ति दे द्वारा छुटकारा। प्रभु ढेर सारी बरकत दवे। तो असी वेखते हाँ कि किस तरह खुदा अपने लोगों को छुड़ा देता है। आओ असी एक होर गवाही पढ़ते हैं और जल्दी जल्दी जाते हैं क्योंकि समा हो रहा है। और इत्थे मैं पतरस नूं तुहाडे सामने पेश किया और लिखत पतरस की तुहाडे सामने रख दी। हुण मैं लिखत पौलुस की तुहाडे सामने रखनी चाहता। और जिथे प्रभु ने पतरस नूं चुनिया उत्थे उसने पौलुस नूं भी चुनिया। पढ़ते हैं, लिखा है, पर जां पौलुस अजे प्रभु दे चेलियां दे दबकाउण अते कतल करन दे दम भरदा होया सरदार जाजक दे कोल गया अते उस कोलों दमिश्क दियां समाजां दे नाम इस प्रकार दियां चिट्ठियां मंगियां, इसलिए जो इस पंथ दे मैनू जिन्ने भी मिलन, मैं भावें मनुख भावें तीवियां उन्हां नूं मैं बद्धा होया यरूशलेम विच लियावां। जाओ चलिया जांदा सी तां लिखा है इउं होया कि वह दमिश्क के नेड़े जा टुकिया। अचानक आकाशों एक जोत ओदे चफेरे चमकी तां वो पुंजे डिग पिया और एक आवाज सुनी जो ओनू कहंदी सी, हे सौलस तू मैनू क्यों सताउंदा है? उन्हें आख्या प्रभु जी तू कौन है? उसने कहा मैं यीशु हाँ जिसनू तू सताउंदा। तो ताकत जिथे लहू यीशु दे जिस्म विचों निकल के पापियां अपराधियां नू छुटकारा देंदा है, उथे यीशु विचों छुटकारा मतलब शक्ति निकल के भी छुटकारा दे देती है। ये आदमी जो एक खूनी आदमी मतलब अपनी उस मतलब अणख दे नाल चल रहा सी, मर्दां औरतां नूं मारदा सी, मंचां ते बन बन के गोले मारदा सी और इस पंथ नूं जाने कि मसीह कलीसिया नूं उजाड़दा सी, उसनूं उपरों समर्थ मिली। उसनूं धरती तो कोई समर्थ नहीं मिली, असल विच उपरों आवाज आई है। पहला बड़े जोर की एक जोत चमकी है और जो ने वेख्या उधर भी की चमकिया है और पौलुस घोड़े तो थले डिग पिया, कट्टे दे विच वेखण की कोशिश की आ, दिसिया नहीं, अन्ना हो गया। और एक आवाज सुन रहा है, सौलस तू मैनू क्यों सताउंदा?
एक आवाज ਉਹਦੇ ਕੰਨਾਂ ਵਿੱਚ ਪੈਂਦੀ ਹੈ। ਉਹ ਕਹਿੰਦਾ ਹੈ प्रभु जी तू कौन है। एक आवाज ਉਹਦੇ ਕੰਨਾਂ ਵਿੱਚ ਕਹਿੰਦੀ है मैं यीशु हाँ जिस ਨੂੰ तू ਸਤਾਉਂਦਾ है। मैं यीशु हाँ जिस ਨੂੰ तू ਸਤਾਉਂਦਾ है। मेरे अजीजो, इस आदमी का जीवन बदल गया है और वचन कहता है, वो पूछ रहा है पर उन आख्या शहर विच जा, जो कुछ तेनू करना चाहिए है सो तेनू दसिया जावेगा। वो कहता हुण तू शहर विच जा, जिधर तू चलिया सी उत्थे चले जा, उत्थे तेनू दसिया जाएगा भी तू की करना। अखां तो आदमी अन्ना हो गया, वो क्रोध वालियां अखां बदल दित्तियां खुदा ने, वो अन्नियां कर दित्तियां जिहड़ियां वैर ते विरोध वालियां अखां सन, उन्हां नूं अन्नियां करके और उन्हें अजे नहीं खोलणियां। हनानियां दवा करेगा क्योंकि हनानियां ऊपरों शक्ति पाके मतलब प्रभु दे चरना विच आया होया है। और इस दे नाल दे सिपाहियां ने उन्हों थल्ले चुक्या, आउं करन दिया होया दिसदा नहीं। एक आदमी जिहड़ा प्रधान जाचक बनन वाला सी, ऐसे जबरदस्त तरीके दे नाल ओदी तब्दीली हुई क्योंकि उन्होंने ऊपरों समर्था मिलने वाली सी। मेरे अजीजो, दमिश्क विच लंबी गली विच गया और एक आदमी का नाम लिया और ओदे घर चले गया। गोडे टेके हुए ने, रोई जा रहा है, दुआ कर रहा है, रो रहा है। वो कहते भाई सौलस पानी पियोगे, मैं कुछ नहीं पीना, रोटी खाओगे, मैं कुछ नहीं खाना, क्योंकि खुदा ने आत्मा ने छूया और उसकी जिंदगी बदल गई। मेरे अजीजों, हनानिया यीशु मसीह ने क्या, हनानिया उस लंबी गली विच जा, फलाने दे घर जा, उत्थे सौरस दुआ कर रहा है। हनानिया डर गया, उसने क्या प्रभु जी वो इत्थे भी आ गया है, उन्हें ते तेरे लोगों को बहुत मारा है। कहता जा तू हुण वो मेरा चुनिया हुआ बचेगा, जा उहदे सिर दे उत्ते हाथ रख के दुआ कर और वो चंगा हो जाए। और जदों हनानिया जा रहा है और उस घर विच चले गया, सीधी गली दे विच एक घर सीगा, यहूदा दा घर है या किसना है, चले गया और उसने क्या, हे भाई सौरस, यीशु तेनू चंगा करता है, जिहड़ा तेनू रस्ते दे विच मिलिया है, उन्हें मैनू कहा है जा जाके उहदे लई प्रार्थना कर दे और हुण मैं तेरे लिए प्रार्थना करता हाँ। हालेलुया, मैं उहदे लिए प्रार्थना करता हाँ, मैं तेरे लिए प्रार्थना करता हाँ। तो असीं वेखदे हाँ, जद उन्हें हाथ रखे प्रार्थना की, बड़े ध्यान नाल सुनो, प्रार्थना दे अंदर शक्ति है, हनानिया दे अंदर शक्ति है, उहदी प्रार्थना दे अंदर शक्ति है, क्योंकि उस समर्थ दे द्वारा उन्होंने भी छुटकारा मिला है। और जब उन्हें प्रार्थना की और उहदे अखां तो छिलके डिगे और पौलुस सजाखा हो गया, वेखण लग पिया। और इस समर्थ दे द्वारा छुटकारा
ਜੇ ਤੁਸੀਂ ਵੀ ਕਿਸੇ ਦੁੱਖ ਤੋਂ ਛੁੱਟਣਾ ਚਾਹੁੰਦੇ ਹੋ, ਕਿਸੇ ਬਿਮਾਰੀ ਤੋਂ ਛੁੱਟਣਾ ਚਾਹੁੰਦੇ ਹੋ, ਕਿਸੇ ਪਰੇਸ਼ਾਨੀ ਤੋਂ ਛੁੱਟਣਾ ਚਾਹੁੰਦੇ ਹੋ, ਤੇ ਅੱਜ ਵੀ ਪ੍ਰਭੂ ਯਿਸੂ ਮਸੀਹ ਦੇ ਅੰਦਰ ਉਹ ਸਮਰੱਥਾ ਹੈ ਕਿ ਉਹ ਤੁਹਾਨੂੰ ਰੋਗਾਂ ਤੋਂ, ਦੁੱਖਾਂ ਤੋਂ, ਬਿਮਾਰੀਆਂ ਤੋਂ ਕਾਮਿਲ ਛੁਟਕਾਰਾ ਦੇਵੇ। ਕਿਉਂਕਿ ਅੱਜ ਦਾ ਸਾਡਾ ਸੰਦੇਸ਼ ਸੀ ਸਮਰਥ ਦੇ ਦੁਆਰਾ ਛੁਟਕਾਰਾ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਅਜ਼ੀਜ਼ੋ, ਲੋਕ ਕਿਉਂ ਅੱਜ ਇੰਨੇ ਪਰੇਸ਼ਾਨ ਹੋ ਗਏ? ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਛੱਡ ਦਿੱਤਾ। ਉਹਨਾਂ ਨੇ ਚਰਚਾਂ ਵਿੱਚ ਜਾ ਕੇ ਵੀ ਪਰਮੇਸ਼ਰ ਨੂੰ ਛੱਡ ਦਿੱਤਾ। ਇਸ ਕਰਕੇ ਜ਼ਕਰੀਆ ਕਹਿੰਦਾ ਹੈ, ਇਹ ਜ਼ਕਰੀਆ ਨੰਬਰ 2 ਹੈ, ਕਿਉਂਕਿ ਮੈਂ ਇੱਕ ਦਿਨ ਪ੍ਰਚਾਰ ਕਰ ਰਿਹਾ ਸੀ ਵੀ ਜ਼ਕਰੀਆ ਜਿਹੜੇ ਨੇ ਉਹ 2 ਹੋਏ ਨੇ, ਇੱਕ ਜ਼ਕਰੀਆ ਨਹੀਂ, ਜ਼ਕਰੀਆ 2 ਨੇ। ਔਰ ਯਾਦ ਰੱਖੋ, ਇਹ ਇੱਕ ਜ਼ਕਰੀਆ ਜਿਹੜਾ ਹੈ ਮੱਤੀ ਦੇ ਲਾਗੇ ਲੱਗਿਆ ਹੋਇਆ, ਇਹ ਦੂਸਰਾ ਜ਼ਕਰੀਆ ਹੈ ਜਿਹੜਾ ਇਤਿਹਾਸ 24 ਦੀ 20 ਆਇਤ ਦੇ ਅੰਦਰ ਹੈ। ਤਦ ਪਰਮੇਸ਼ਰ ਦਾ ਆਤਮਾ ਯਹੂਦਾ ਜਾਜਕ ਦੇ ਪੁੱਤਰ ਜ਼ਕਰੀਆ ਉੱਤੇ ਉਤਰਿਆ। ਉਹ ਲੋਕਾਂ ਤੋਂ ਉੱਚੇ ਥਾਂ ਉੱਤੇ ਖਲੋ ਕੇ ਆਖਣ ਲੱਗਾ ਕਿ ਪਰਮੇਸ਼ਰ ਇਉਂ ਫਰਮਾਉਂਦਾ ਹੈ, ਤੁਸੀਂ ਕਿਉਂ ਯਹੋਵਾ ਦੇ ਹੁਕਮ ਦੀ ਉਲੰਘਣਾ ਕਰਦੇ ਹੋ ਅਤੇ ਤੁਸੀਂ ਸਫਲ ਨਹੀਂ ਹੋਵੋਗੇ, ਕਿਉਂ ਜੋ ਤੁਸੀਂ ਯਹੋਵਾ ਨੂੰ ਛੱਡ ਦਿੱਤਾ, ਉਸਨੇ ਤੁਹਾਨੂੰ ਛੱਡ ਦਿੱਤਾ। ਤਦ ਉਹਨਾਂ ਨੇ ਉਹਦੇ ਵਿਰੁੱਧ ਮਤਾ ਪਕਾਇਆ ਅਤੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਯਹੋਵਾ ਦੇ ਭਵਨ ਵਿੱਚ ਉਹਨੂੰ ਪੱਥਰ ਮਾਰ ਕੇ ਮਾਰ ਦਿੱਤਾ। ਆਓ ਅਸੀਂ ਅੱਖਾਂ ਨੂੰ ਬੰਦ ਕਰ, ਜਿੰਨੇ ਵੀ ਖੁਦਾ ਤੁਹਾਨੂੰ ਕਿਰਪਾ ਦੇਵੇ, ਅੱਖਾਂ ਨੂੰ ਬੰਦ ਕਰ। ਯਿਸੂ ਮਸੀਹ ਨੇ ਕਿਹਾ, ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਕਰ ਨਹੀਂ ਸਕਦੇ। ਅੱਜ ਅਸੀਂ ਸਿਰਫ ਇਹ ਗੱਲ ਵੇਖਣੀ ਆ ਵੀ ਮੈਂ ਯਿਸੂ ਮਸੀਹ ਦੇ ਨਾਲ ਚੱਲ ਰਿਹਾ ਜਾਂ ਉਹਨਾਂ ਤੋਂ ਵੱਖਰਾ ਚੱਲ ਰਿਹਾ, ਕਿਉਂਕਿ ਗੱਲਾਂ ਮਨੁੱਖਾਂ ਦੀਆਂ ਬਹੁਤ ਸਾਰੀਆਂ ਨੇ, ਪਰ ਖੁਦਾ ਦੇ ਨਾਲ ਚੱਲਣਾ ਮਨੁੱਖ ਦੇ ਲਈ ਬੜੀ ਵੱਡੀ ਬਰਕਤ ਹੈ, ਔਰ ਉਸ ਨੂੰ ਆਤਮਾ ਦੇ ਦੁਆਰਾ ਛੁਟਕਾਰਾ ਮਿਲੇਗਾ, ਔਰ ਸਮਰਥ ਦੇ ਦੁਆਰਾ ਛੁਟਕਾਰਾ ਉਹ ਪਾ ਜਾਏਗਾ। ਦੁਆ ਕਰਾਂਗੇ। ਸਾਡੇ ਪਿਆਰੇ ਖੁਦਾਵੰਦ